ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀਓ, ਵਡਭਾਗੀ ਹੋ। ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਦੇ ਹੋਏ ਮਨੁੱਖਾ ਦੇਹੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰੂ ਮਹਾਰਾਜ ਬਖਸ਼ਿਸ਼ ਕਰਨ ਆਉਣ ਵਾਲੇ ਸਮੇਂ ਅੰਦਰ ਵੀ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਜੋੜੀ ਰੱਖਣ। ਸਤਿਗੁਰਾਂ ਦੇ ਪਾਵਨ ਬਚਨ, ਪਵਿੱਤਰ ਉਪਦੇਸ਼ 799 ਅਤੇ 90 ਅੰਗ ਤੇ ਸਭਾਈਮਾਨ ਸੂਹੀ ਦੀ ਵਾਰ ਮਹੱਲਾ ਤੀਜਾ ਦੇ ਸਿਰਲੇਖ ਹੇਠ ਉਚਾਰਨ ਹੋਈ ਬਾਣੀ 13ਵੀਂ ਪੌੜੀ ਤੇ ਨਾਲ ਢੁਕਦੇ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਿਰੰਕਾਰ ਪਿਤਾ ਜੀ ਦੇ। ਇਹਨਾਂ ਸ਼ਲੋਕਾਂ ਦੇ ਵਿੱਚ ਬੜੀਆਂ ਗਹਿਰੀਆਂ ਵਿਚਾਰਾਂ ਹਨ। ਦੋਏ ਦੀਵੇ 14 ਹੱਟ ਨਾਲੇ, ਤੇਤੇ ਜੀ ਤੇਤੇ ਵਣਜਾਰੇ। ਦੋਏ ਦੀਵੇ ਸੰਸਾਰ ਜਗਤ ਦੇ ਵਿੱਚ ਮਹਾਰਾਜ ਕਹਿੰਦੇ ਚੰਦ ਤੇ ਸੂਰਜ ਦੋ ਦੀਵੇ, ਦੋ ਲੈਂਪ ਜਗ ਰਹੇ ਹਨ। ਤੇ ਜੇਤੇ ਜੀ ਤੇਤੇ ਵਣਜਾਰੇ, ਦੋ ਦੀਵੇ ਹਨ ਤੇ 14 ਭਵਨ, ਜਿਹੜੇ 14 ਲੋਕ ਹਨ ਉਹ ਹੱਟ ਨਾਲੇ। ਉਹ ਇੱਕ ਸੰਸਾਰ ਜਗਤ ਦਾ ਇੱਕ ਬਾਜ਼ਾਰ ਹੈ। ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਸੰਸਾਰ ਦੇ ਜੀਵ ਹਨ ਇਹ ਸਾਰੇ ਵਪਾਰੀ ਹਨ। ਖੁੱਲੇ ਹੱਟ ਹੋਆ ਵਪਾਰ। ਇਹ ਸੰਸਾਰ ਜਗਤ ਦੀ ਜਦੋਂ ਰਚਨਾ ਹੋਈ ਤਾਂ ਇਹ ਵਪਾਰ ਸ਼ੁਰੂ ਹੋਇਆ। ਇਹ ਵਪਾਰੀ ਇਸ ਸੰਸਾਰ ਤੇ ਇਹ ਜਿਤਨੇ ਵੀ ਜੀਵ ਹਨ ਇਹ ਵਪਾਰੀ ਬਣ ਕੇ ਇਸ ਸੰਸਾਰ ਜਗਤ ਤੇ ਆਏ। ਜੋ ਪਹੁੰਚੈ ਸੋ ਚੱਲਣਹਾਰ। ਪਰ ਮਹਾਰਾਜ ਕਹਿੰਦੇ ਜੋ ਇਸ ਸੰਸਾਰ ਤੇ ਜਿਤਨੇ ਵਪਾਰੀ ਅਸੀਂ ਆਏ ਹਾਂ ਇਹ ਸਾਰੇ ਮਹਿਮਾਨ ਹਨ, ਇਹ ਸਾਰੇ ਮੁਸਾਫਰ ਹਨ। ਆਪਣੇ ਆਪਣੇ ਸਮੇਂ ਨਾਲ ਇੱਥੇ ਸੌਦਾ ਕਰਕੇ ਚਲੇ ਜਾਣਾ ਹੈ। ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਥਾਵਾਂ ਤੇ ਮੰਡੀਆਂ ਲੱਗਦੀਆਂ ਸਨ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੱਖ-ਵੱਖ ਮੰਡੀਆਂ ਨੇ। ਕੋਈ ਘਾਹ ਮੰਡੀ ਹੈ, ਕੋਈ ਗੁੜ ਮੰਡੀ ਹੈ, ਕੋਈ ਮਾਲ ਮੰਡੀ ਹੈ ਤੇ ਜਿੱਥੋਂ ਵੱਖ-ਵੱਖ ਵਪਾਰੀ ਆਪਣਾ ਸਮਾਨ ਖਰੀਦਦੇ, ਕੁਝ ਬਾਹਰੋਂ ਆ ਕੇ, ਕੁਝ ਉੱਥੋਂ ਦੇ ਛੋਟੇ ਵਪਾਰੀ। ਤੇ ਉਸ ਮੰਡੀ ਦੇ ਵਿੱਚ ਸਦਾ ਨਹੀਂ ਕੋਈ ਰਹਿੰਦਾ, ਸਿਰਫ ਉੱਥੇ ਆਉਂਦੇ ਹਨ ਸੌਦਾ ਖਰੀਦਣ ਵਾਸਤੇ। ਤੇ ਗੁਰੂ ਪਾਤਸ਼ਾਹ ਸਮਝਾਉਂਦੇ ਜੋ ਪਹੁੰਚੈ ਸੋ ਚੱਲਣਹਾਰ। ਇਹ ਸਾਰੇ ਮੁਸਾਫਰਾਂ ਦੇ ਵਾਂਗ ਹਨ। ਜਿਤਨੇ ਜੀਵ ਸੰਸਾਰ ਤੇ ਆਏ ਹਾਂ ਇੱਕ ਦਿਨ ਇਸ ਸੰਸਾਰ ਮੰਡੀ ਨੂੰ ਛੱਡ ਕੇ ਚਲੇ ਜਾਣਾ। ਧਰਮ ਦਲਾਲ ਪਾਏ ਨਿਸ਼ਾਨ। ਮਹਾਰਾਜ ਕਹਿੰਦੇ ਜਿਹੜੇ ਧਰਮ ਦੇ ਰਾਹ ਤੇ ਚੱਲਦੇ ਹਨ, ਸੱਚ ਦੀ ਕਿਰਤ ਕਰਦੇ ਹਨ, ਚੰਗੇ ਕਰਮਾਂ ਦਾ ਵਪਾਰ ਕਰਦੇ, ਚੰਗੇ ਕੰਮ ਕਰਦੇ ਹਨ, ਉਹਨਾਂ ਦੇ ਮੱਥੇ ਤੇ ਇਹ ਨਿਸ਼ਾਨ, ਦਲਾਲੀ ਦਾ ਉਹ ਨਿਸ਼ਾਨ ਕਿ ਇਸ ਦਾ ਸੌਦਾ ਖਰਾ ਹੈ। ਭਾਵ ਆਪਾਂ ਜਦੋਂ ਦੇਖਦੇ ਹਾਂ ਕਈ ਥਾਵਾਂ ਤੇ ਆਪਾਂ ਮੰਡੀਆਂ ਵਿੱਚ ਕਈ ਬੰਦੇ ਬੜੇ ਮਸ਼ਹੂਰ ਹੁੰਦੇ ਵਪਾਰੀ ਕਿ ਇਹ ਜੋ ਇਹਨਾਂ ਦਾ ਜੋ ਸਮਾਨ ਹੈ ਇਹ ਬਿਲਕੁਲ ਪਿਓਰ ਹੈ, ਕੋਈ ਮਿਲਾਵਟ ਨਹੀਂ ਹੈ। ਕੋਈ ਐਸਾ ਬ੍ਰਾਂਡ ਹੁੰਦਾ ਹੈ ਕਿ ਜਿਸ ਨੂੰ ਅਸੀਂ ਅੱਖਾਂ ਮੀਟ ਕੇ ਖਰੀਦਦੇ ਹਾਂ ਕਿ ਇਹ ਵਧੀਆ ਹੈ, ਇਹਦੇ 'ਚ ਕੋਈ ਮਿਲਾਵਟ ਨਹੀਂ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਜਗਤ ਦੇ ਵਿੱਚ, ਇਹ ਵਪਾਰ ਦੇ ਵਿੱਚ ਵੀ ਜਿਹੜੇ ਵਪਾਰੀ ਨਾਮ ਦਾ ਵਪਾਰ ਕਰਕੇ ਜਾਂਦੇ ਹਨ ਉਹਨਾਂ ਨੂੰ ਪਾਤਸ਼ਾਹ ਜੀ ਇੱਕ ਉਸ ਬਰਕਤ ਦਾ ਨਿਸ਼ਾਨ ਦਿੰਦੇ ਹਨ ਕਿ ਇਹਨਾਂ ਦਾ ਸੌਦਾ ਜਿਹੜਾ ਜੋ ਇਹਨਾਂ ਨੇ ਕੀਤਾ ਉਹ ਖਰਾ ਕੀਤਾ ਹੈ। ਨਾਨਕ ਨਾਮ ਲਾਹਾ ਪ੍ਰਵਾਨ। ਇਸ ਸੌਦੇ ਦੇ ਵਿੱਚੋਂ ਜਿਹੜਾ ਨਫਾ ਹੈ ਉਹ ਹੈ ਨਾਮ ਦਾ ਲਾਹਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਾਮ ਦਾ ਲਾਹਾ ਉਸ ਪਰਮਾਤਮਾ ਦੇ ਦਰ ਤੇ ਇਹ ਨਫਾ ਪ੍ਰਵਾਨ ਹੈ। ਘਰ ਆਏ ਵੱਜੀ ਵਧਾਈ। ਜਦੋਂ ਇਹ ਸੌਦਾ ਕਰਕੇ, ਇਹ ਵਪਾਰ ਕਰਕੇ, ਇਹ ਨਫਾ ਖੱਟ ਕੇ ਕੋਈ ਨਿੱਜ ਘਰ ਵਿੱਚ ਜਾਂਦਾ ਹੈ, ਮਹਾਰਾਜ ਕਹਿੰਦੇ ਉੱਥੇ ਫਿਰ ਵਧਾਈਆਂ ਮਿਲਦੀਆਂ ਨੇ। ਸੱਚ ਨਾਮ ਕੀ ਮਿਲੀ ਵਡਿਆਈ। ਸੱਚੇ ਨਾਮ ਦੀ, ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲਦੀ ਹੈ।
ਮਹੱਲਾ ਪਹਿਲਾ। ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਰਾਤੀ ਹੋਮਨ ਕਾਲੀਆਂ ਸੁਪੇਦਾ ਸੇਵਨ। ਰਾਤਾਂ ਮਹਾਰਾਜ ਕਹਿੰਦੇ ਕਾਲੀਆਂ, ਹਨੇਰਾ ਹੁੰਦਾ ਹੈ ਰਾਤ ਨੂੰ, ਪਰ ਰਾਤ ਦੇ ਅੰਧੇਰੇ ਦੇ ਵਿੱਚ ਵੀ ਜਿਹੜੀਆਂ ਕੁਝ ਚਿੱਟੀਆਂ ਚੀਜ਼ਾਂ ਨੇ ਉਹਨਾਂ ਨੂੰ ਉਹ ਰਾਤ ਦਾ ਹਨੇਰਾ ਕਾਲਾ ਨਹੀਂ ਕਰ ਸਕਦਾ। ਜੋ ਹੁਣ ਆਪਾਂ ਦੇਖਦੇ ਹਾਂ ਕੁਝ ਪਦਾਰਥ, ਕੁਝ ਵਸਤੂਆਂ ਕੁਝ ਚਿੱਟੀਆਂ ਹਨ ਅਤੇ ਉਹ ਰਾਤ ਦੇ ਅੰਧੇਰੇ ਵਿੱਚ ਵੀ ਚਿੱਟੀਆਂ ਹੀ ਰਹਿੰਦੀਆਂ ਨੇ। ਰਾਤ ਦਾ ਅੰਧੇਰਾ, ਹਨੇਰੇ ਦੀ ਕਾਲਖ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੀ। ਅਤੇ ਅੱਗੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ, ਦਿਉ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ। ਅਤੇ ਦਿਨ ਮਹਾਰਾਜ ਕਹਿੰਦੇ ਚਿੱਟਾ ਹੈ। ਇਹ ਚਿੱਟਾ ਦਿਨ ਬਹੁਤ ਘਣਾ ਚਿੱਟਾ ਹੈ, ਬੜੀ ਚਮਕ ਹੈ ਇਸ ਦੀ ਦਿਨ ਦੀ, ਪਰ ਇਹ ਬਹੁਤਾ ਚਿੱਟਾ ਦਿਨ ਵੀ ਕਾਲੀਆਂ ਚੀਜ਼ਾਂ 'ਤੇ ਆਪਣਾ ਪ੍ਰਭਾਵ ਨਹੀਂ ਪਾਉਂਦਾ ਕਿ ਦਿਨ ਚੜ੍ਹਨ ਦੇ ਨਾਲ ਕਾਲੀਆਂ ਚੀਜ਼ਾਂ ਚਿੱਟੀਆਂ ਹੋ ਜਾਂਦੀਆਂ ਹਨ। ਨਹੀਂ, ਕਾਲੀਆਂ ਚੀਜ਼ਾਂ ਜਿਹੜੀਆਂ ਹਨ ਉਹ ਕਾਲੀਆਂ ਹੀ ਰਹਿੰਦੀਆਂ ਹਨ। ਭਾਵ ਮਨੁੱਖ, ਉਹਨਾਂ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਰਾਤ ਦਾ, ਕੋਈ ਫਰਕ ਨਹੀਂ ਪੈਂਦਾ ਦਿਨ ਦਾ। ਰਾਤ ਦਾ ਅੰਧੇਰਾ, ਅੰਧੇਰੇ ਦੀ ਕਾਲਖ ਚਿੱਟੀਆਂ ਚੀਜ਼ਾਂ ਨੂੰ ਕਾਲੀਆਂ ਨਹੀਂ ਕਰ ਸਕਦੀ। ਦਿਨ ਦਾ ਚਾਨਣ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ। ਇਹ ਇੱਕ ਉਦਾਹਰਣਾਂ ਦਿੱਤੀਆਂ ਹਨ ਪਾਤਸ਼ਾਹ ਜੀ ਨੇ। ਅੱਗੇ ਫਰਮਾਨ ਹੈ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਮਹਾਰਾਜ ਕਹਿੰਦੇ ਐਵੇਂ ਹੀ ਜਿਹੜੇ ਅੰਧੇ ਅਕਲੀ, ਅਕਲ ਦੇ ਅੰਨੇ ਮਨੁੱਖ, ਉਹ ਪਰਮਾਤਮਾ ਦੇ ਉਸ ਗਿਆਨ ਤੋਂ, ਉਸ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਪਿਤਾ ਜੀ ਸੰਸਾਰ 'ਤੇ ਆਏ ਅਤੇ ਸੰਸਾਰ ਦੇ ਕਿੰਨੇ ਲੋਕਾਂ ਨੇ ਲਾਹਾ ਖੱਟਿਆ ਉਹਨਾਂ ਦੇ ਆਉਣ ਦਾ। ਜਿਹੜੀਆਂ ਕਾਲੀਆਂ ਚੀਜ਼ਾਂ ਸੀ ਕਾਲੀਆਂ ਹੀ ਰਹੀਆਂ। ਕਾਲੇ ਜਿਹੜੇ ਹਿਰਦੇ ਸੀ, ਕਾਲੇ ਜਿਹੜੇ ਮਨ ਸੀ ਉਹ ਕਾਲੇ ਹੀ ਰਹੇ। ਜਿਹੜੇ ਚਿੱਟੇ ਸਨ ਉਹ ਚਿੱਟੇ ਹੀ ਰਹੇ। ਜਿਨ੍ਹਾਂ ਨੇ ਲਾਹੇ ਖੱਟੇ ਹਨ ਉਹ ਉਸ ਬਖਸ਼ਿਸ਼ ਦੇ ਰਹਿਮਤ ਦੇ ਪਾਤਰ ਬਣੇ। ਜਿਹੜੇ ਅਕਲ ਦੇ ਅੰਧੇ ਮੂਰਖ, ਉਹ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਅੰਨੇ ਹੋਏ ਫਿਰਦੇ ਰਹੇ। ਉਹ ਇਸ ਗਿਆਨ ਨੂੰ ਪ੍ਰਾਪਤ ਕਰ ਹੀ ਨਹੀਂ ਸਕੇ, ਉਹ ਇਸ ਬਖਸ਼ਿਸ਼ ਦੇ ਪਾਤਰ ਬਣ ਹੀ ਨਹੀਂ ਸਕੇ। ਨਾਨਕ ਨਦਰੀ ਬਾਹਰ ਕਬੇ ਨ ਪਾਵੈ ਮਾਨ। ਜਿਹੜੇ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਤੋਂ ਵਾਂਝੇ ਰਹਿ ਗਏ, ਉਹ ਕਦੀ ਵੀ ਨਾਮ ਦਾ ਵਡਿਆਈ ਜਿਹੜੀ ਹੈ, ਮਾਣ ਜਿਹੜੀ ਹੈ ਉਹ ਪ੍ਰਾਪਤ ਨਹੀਂ ਕਰ ਸਕਦੇ। ਸਿਮਰਨ ਦੀ ਬਰਕਤ ਦੇ ਨਾਲ ਮਿਲਣ ਵਾਲਾ ਮਾਣ, ਮਿਲਣ ਵਾਲਾ ਸਨਮਾਨ, ਉਹ ਬਖਸ਼ਿਸ਼ ਉਹ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਹਨ। ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਅੱਗੇ ਹੋਰ ਨਿਰਣਾ ਕੀਤਾ ਹੈ। ਤੀਜੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਈ ਪੌੜੀ, ਕਾਇਆ ਕੋਟ ਰਚਾਇਆ ਹਰ ਸੱਚੇ ਆਪੇ। ਇਹ ਸਰੀਰ ਰੂਪੀ ਕਿਲੇ ਨੂੰ ਮਹਾਰਾਜ ਕਹਿੰਦੇ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪ ਰਚਿਆ ਹੈ। ਇੱਕ ਦੂਜੇ ਭਾਏ ਖੁਆਇਆ ਨਾ ਹਉਮੈ ਵਿੱਚ ਵਿਆਪੇ। ਇੱਕ ਈੜੀ ਦੇ ਸਿਹਾਰੇ ਅਤੇ ਕੱਕੇ ਦੇ ਵੀ ਸਿਹਾਰੀ ਹੈ। ਇੱਕ ਸ਼ਬਦ ਜਿਹੜਾ ਹੈ ਉਚਾਰਨ ਵਿੱਚ ਇੱਕ ਹੀ ਹੈ, ਪਰ ਅਰਥ ਦੇ ਵਿੱਚ ਇਹ ਬਹੁ ਵਚਨ ਹੈ। ਇਹ ਕੱਕੇ ਦੇ ਸਿਹਾਰੀ ਜਿਹੜੀ ਹੈ ਇਹ ਬਹੁ ਵਚਨ ਬਣ ਗਿਆ। ਜ਼ਿਆਦਿਆਂ ਵਾਸਤੇ, ਇੱਕ ਤੋਂ ਜ਼ਿਆਦਿਆਂ ਵਾਸਤੇ ਉਚਾਰਨ ਕੀਤਾ ਗਿਆ ਕਿ ਇੱਕ ਦੂਜੇ ਭਾਏ ਖੁਆਇਨ। ਕਈ ਲੋਕ ਦੂਜੇ ਭਾਵ ਵਿੱਚ ਰੱਬ ਤੋਂ ਟੁੱਟ ਕੇ ਖੁਆਇਨ, ਖੁਆਰ ਹੁੰਦੇ ਹਨ, ਖੱਜਲ ਹੁੰਦੇ ਹਨ। ਹਉਮੈ ਵਿੱਚ ਵਿਆਪੇ, ਉਹ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਜੀਵਨ ਜਿਉਂਦੇ ਹਨ। ਇਹ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ। ਇਹ ਮਨੁੱਖਾ ਦੇਹੀ, ਇਹ ਮਾਨਸ ਜਨਮ ਬਾਬਾ ਜੀ ਕਹਿੰਦੇ ਬੜਾ ਦੁਰਲੱਭ ਸੀ, ਪਰ ਮਨਮੁਖ ਇਹ ਸੰਤਾਪ ਭੋਗਦੇ ਹਨ ਕਿ ਇਸ ਦੀ ਕਦਰ ਨਹੀਂ ਕਰਦੇ। ਮਨ ਦੇ ਪਿੱਛੇ ਲੱਗ ਕੇ, ਗੁਰੂ ਦੀ ਦੱਸੀ ਮੱਤ ਤੋਂ ਵਾਂਝੇ ਰਹਿ ਕੇ, ਗੁਰੂ ਦੇ ਦੱਸੇ ਰਾਹ 'ਤੇ ਨਹੀਂ ਚੱਲੇ, ਮਨ ਦੇ ਪਿੱਛੇ ਚੱਲੇ, ਤਾਂ ਇਸ ਕਰਕੇ ਇਹ ਸੰਤਾਪ ਭੋਗਦੇ ਹਨ। ਉਹ ਦੁੱਖ ਫਿਰ ਦੁਬਾਰਾ 84 ਦਾ ਗੇੜ ਬਣ ਕੇ ਉਹਨਾਂ ਨੂੰ ਸਤਾਉਂਦਾ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਜਿਸ ਸਤਿਗੁਰ ਥਾਪੇ।
महाराज कहते हुण इन्हां मनुखां दे भी साडे भी बस कुछ नहीं है, जिन्हां नूं आप वो सोझी बख्शदा है, आप बख्शिश करदा, बुझाउंदा, समझाउंदा है, ਉਹੀ ਸਮਝਦੇ ਹਨ, ਸਾਰੇ ਨਹੀਂ ਸਮਝਦੇ। ਭਾਵੇਂ ਕਿੰਨੇ ਵੀ ਅਸੀਂ ਸੰਸਾਰ ਦੇ ਵਿੱਚ ਸਿਆਣੇ ਬਣ ਕੇ ਬੜੇ ਸੂਝਵਾਨ ਬਣ ਕੇ ਵਿਚਰਦੇ ਹਾਂ, ਪਰ ਜਿਹੜੀ ਗੁਰਮਤਿ ਦੀ ਸੋਝੀ ਹੈ ਉਹ ਗੁਰੂ ਜਿਸ ਨੂੰ ਆਪ ਬਖਸ਼ਦਾ ਹੈ ਉਹੀ ਸਮਝ ਪ੍ਰਾਪਤ ਕਰ ਸਕਦਾ। ਜਿਸ ਸਤਿਗੁਰ ਥਾਪੇ, ਜਿਸ ਤੇ ਗੁਰੂ ਨੇ, ਸਤਿਗੁਰ ਨੇ ਆਪਣੀ ਰਹਿਮਤ ਦਾ ਥਾਪੜਾ ਜਿਹਨੂੰ ਦਿੱਤਾ, ਉਹੀ ਇਸ ਬਖਸ਼ਿਸ਼ ਨੂੰ ਸਮਝਦਾ ਹੈ। ਸਭ ਜਗ ਖੇਲ ਰਚਾਇਓ ਨਾ, ਸਭ ਵਰਤੇ ਆਪੇ। ਸਾਰਾ ਖੇਲ, ਸਾਰਾ ਸੰਸਾਰ ਜਗਤ ਦਾ ਜਿਹੜਾ ਖੇਲ ਹੈ ਉਸ ਮਾਲਕ ਦਾ ਆਪਣਾ ਰਚਾਇਆ ਹੋਇਆ ਹੈ ਅਤੇ ਉਹ ਆਪ ਹੀ ਵਰਤ ਰਿਹਾ ਹੈ ਇਸ ਦੇ ਅੰਦਰ। ਕਿਸੇ ਨੂੰ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਕੇ ਨਾਮ ਦੀ ਦਾਤ ਬਖਸ਼ ਕੇ ਨਿਵਾਜਦਾ ਹੈ, ਕਿਸੇ ਨੂੰ ਮੋਹ ਮਾਇਆ ਦੇ ਜਾਲ ਵਿੱਚ ਫਸਾ ਕੇ ਉਹਦਾ ਜੀਵਨ ਉਸੇ ਤਰ੍ਹਾਂ ਬਿਤਾਉਂਦਾ ਜਿਵ ਜਿਵ ਉਹਦਾ ਹੁਕਮ ਹੈ ਤਿਵੇਂ ਤਿਵਕਾਰ ਹੈ। ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ। ਸੰਸਾਰ ਜਗਤ ਨੂੰ ਧੰਦੇ ਲਾਉਣ ਵਾਲਾ ਮਾਲਕ ਆਪ ਹੀ ਇਸ ਰਚਨਾ ਨੂੰ ਰਚ ਕੇ ਆਪ ਹੀ ਜਿਨ੍ਹਾਂ 'ਤੇ ਮਿਹਰਬਾਨ ਹੁੰਦਾ ਉਹਨਾਂ ਨੂੰ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਦਾ ਹੈ। ਨਹੀਂ ਤਾਂ ਇਹ ਮੋਹ ਮਾਇਆ ਦੇ ਜਾਲ ਵਿੱਚ ਫਸਾਈ ਰੱਖਦਾ ਹੈ। ਇਹ ਸਾਰੀ ਖੇਡ ਉਸ ਮਾਲਕ ਦੀ ਆਪਣੀ ਹੀ ਹੈ। ਸੋ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਜੋਤੀ ਜੋਤ ਪੁਰਬ ਹਨ। ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਆਪਾਂ ਸਾਂਝੀ ਕਰੀਏ। ਸਾਹਿਬੇ ਕਮਾਲ ਸ਼ਮਸ਼ੇਰੇ ਬਹਾਦਰ ਸਰਵੰਸਦਾਨੀ ਸਤਿਗੁਰੂ ਮਹਾਬਲੀ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦਾ ਪ੍ਰਕਾਸ਼ 1666 ਈਸਵੀ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਹੋਇਆ। ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਸੰਸਾਰ ਦੇ ਵਿੱਚ ਗੁਰੂਆਂ ਪੀਰਾਂ ਅਤੇ ਹੋਰ ਸੰਤਾਂ ਭਗਤਾਂ ਦੀਆਂ ਸਾਖੀਆਂ, ਕਥਾ, ਵਿਚਾਰਾਂ ਬੜੇ ਵਿਦਵਾਨਾਂ ਨੇ ਲਿਖੀਆਂ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਕਥਾ ਆਪ ਲਿਖਦੇ ਹਨ। ਆਪਣੀ ਕਥਾ ਆਪ ਲਿਖਦੇ ਤੇ ਉਪਦੇਸ਼ ਕਰਦੇ ਹਨ। ਆਪ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਦ ਮੋਹਿਆਨੋ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਤੈ ਹਮ ਅਧਿਕ ਤਪੱਸਿਆ ਸਾਧੀ। ਕਹਿੰਦੇ ਉਸ ਇਲਾਕੇ ਦੇ ਵਿੱਚ ਜੋ ਅੱਜ ਉੱਤਰਾਖੰਡ ਵਿੱਚ ਹੈ, ਕਹਿੰਦੇ ਉਸ ਪਰਬਤ ਦੇ ਉੱਪਰ ਅਸੀਂ ਬਹੁਤ ਤਪੱਸਿਆ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹਵੇ ਗਇਓ। ਇੰਨੀ ਤਪੱਸਿਆ ਕੀਤੀ ਕਿ ਦੋ ਤੋਂ ਇੱਕ ਹੋ ਗਏ, ਰੱਬ ਜੀ ਦੇ ਨਾਲ, ਪਰਮਾਤਮਾ ਨਾਲ, ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਸੀ, ਫਿਰ ਸੰਸਾਰ 'ਤੇ ਆਏ, ਪਰ ਚਿੱਤ ਨਹੀਂ ਸੀ ਕਰਦਾ। ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੇ ਸਰੁਤ ਪ੍ਰਭ ਚਰਨਨ ਮਹਿ। ਚਿੱਤ ਨਹੀਂ ਸੀ ਕਰਦਾ ਸੰਸਾਰ 'ਤੇ ਆਉਣ ਨੂੰ, ਮਤ ਲੋਕ 'ਤੇ ਆਉਣ ਨੂੰ, ਪਰ ਹੁਕਮ ਸੀ ਅਕਾਲ ਪੁਰਖ ਵਾਹਿਗੁਰੂ ਜੀ ਦਾ। ਹੁਕਮ ਕੀ ਸੀ? ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਕਹਿੰਦੇ ਅਕਾਲ ਪੁਰਖ ਕਹਿੰਦੇ ਹਨ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ 'ਤੇ ਭੇਜਣਾ ਹੈ। ਮੈਂ ਆਪਣਾ ਤੈਨੂੰ ਪੁੱਤਰ ਨਿਵਾਜਿਆ ਹੈ। ਕਾਹਦੇ ਵਾਸਤੇ ਭੇਜਣਾ ਹੈ ਸੰਸਾਰ 'ਤੇ? ਕਹਿੰਦੇ ਪੰਥ ਪ੍ਰਚਰ ਕਰ ਬੈ ਕੋ ਸਾਜਾ। ਪੰਥ ਦੇ ਪ੍ਰਚਾਰ ਵਾਸਤੇ, ਕਿਉਂਕਿ ਜਿਤਨੇ ਵੀ ਪਹਿਲਾਂ ਗਏ ਹਨ ਉਹਨਾਂ ਨੇ ਆਪਣਾ ਨਾਮ ਜਪਾਇਆ। ਜਿੰਨੇ ਅਵਤਾਰ ਆਏ ਸੰਸਾਰ 'ਤੇ, ਪੈਗੰਬਰ ਆਏ, ਭਾਵੇਂ ਉਹਨਾਂ ਨੇ ਪੈਗਾਮ ਅੱਲਾ ਦਾ, ਖੁਦਾ ਦਾ, ਰੱਬ ਦਾ ਦਿੱਤਾ, ਪਰ ਨਾਲ ਆਪਣੇ ਆਪ ਨੂੰ ਜੋੜਿਆ। ਜਿੰਨੇ ਵੀ ਦੇਵੀ ਦੇਵਤੇ ਆਏ ਉਹਨਾਂ ਨੇ ਆਪਣੀ ਪੂਜਾ ਕਰਵਾਈ, ਆਪਣੇ ਨਾਲ ਆਪਣੀਆਂ ਪਤਨੀਆਂ ਦੀ ਵੀ ਕਰਵਾਈ,
ਔਰ ਆਪਣੇ ਬੱਚਿਆਂ ਦੀ ਵੀ ਕਰਵਾਈ। ਰੱਬ ਦਾ ਨਾਮ ਨਹੀਂ, ਪਰਮਾਤਮਾ ਦੇ ਬਾਰੇ ਕਿਸੇ ਨੇ ਕਿਸੇ ਨੂੰ ਨਹੀਂ ਦੱਸਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਮੈਨੂੰ ਕਿਹਾ ਹੈ ਤੁਸੀਂ ਐਸਾ ਪੰਥ ਸਾਜਣ ਵਾਸਤੇ ਸੰਸਾਰ ਤੇ ਜਾਣਾ ਹੈ, ਇਸ ਲਈ ਤੁਹਾਨੂੰ ਚੁਣਿਆ ਹੈ। ਤਾਂ ਉਸ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅਕਾਲ ਪੁਰਖ ਨੇ ਸੰਸਾਰ ਤੇ ਭੇਜਣਾ ਹੈ, ਭੇਜਿਆ ਹੈ, ਤਾਂ ਉਸ ਵਾਸਤੇ ਪਵਿੱਤਰ ਕੁੱਖ ਵਾਲੀ ਮਾਂ ਤੇ ਪਵਿੱਤਰ ਜੀਵਨ ਵਾਲੇ, ਤਪ ਵਾਲੇ, ਭਗਤੀ ਵਾਲੇ ਪਿਤਾ ਚਾਹੀਦੇ ਸੀ। ਬਕਾਲੇ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ ਤਕਰੀਬਨ 30 ਸਾਲ ਭਗਤੀ ਕੀਤੀ ਹੈ ਲਗਭਗ। ਫਿਰ ਪਟਨੇ ਦੀ ਧਰਤੀ ਤੇ ਆਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਪਣੀ ਕਥਾ ਦੇ ਵਿੱਚ ਦੱਸਦੇ ਨੇ, ਕਹਿੰਦੇ ਜਦੋਂ ਸਾਡੇ ਮਾਤਾ ਪਿਤਾ ਜਬ ਹੀ ਜਾਤ ਤਰਬੇ ਨੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਫਿਰ ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਫਿਰ ਉਸ ਵਕਤ ਜਦੋਂ ਸਾਡੇ ਮਾਤਾ ਪਿਤਾ ਤੀਰਥ ਯਾਤਰਾ ਤੇ ਜਾਂਦੇ, ਨਾਮ ਜਪਦੇ, ਬੰਦਗੀ ਕਰਦੇ ਹੋਏ ਪਟਨੇ ਪਹੁੰਚੇ ਹਨ, ਤੇ ਪਟਨੇ ਦੀ ਧਰਤੀ ਤੇ ਫਿਰ ਕਹਿੰਦੇ ਸਾਡਾ ਪ੍ਰਕਾਸ਼ ਹੋਇਆ। ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਦੀ ਧਰਤੀ ਉਹ ਹੈ ਜਿਸ ਦਾ ਪਹਿਲਾ ਨਾਮ ਪਾਟਲੀ ਪੁੱਤਰ ਹੈ। ਜਿਸ ਧਰਤੀ ਤੇ ਸਮਾਰਟ ਅਸ਼ੋਕ ਮਹਾਤਮਾ ਬੁੱਧ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਿਨੇ ਉਸ ਗੰਗਾ ਦੇ ਤੱਟ ਤੇ ਤਲਵਾਰ ਸੁੱਟ ਦਿੱਤੀ, ਹਥਿਆਰ ਸੁੱਟ ਦਿੱਤੇ, ਅੱਜ ਤੋਂ ਬਾਅਦ ਕੋਈ ਜੰਗ ਨਹੀਂ ਲੜਨਾ, ਕਤਲੇ ਆਮ ਖਤਮ। ਉਸ ਗੰਗਾ ਦੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਚੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਗੰਗਾ ਦੇ ਤੱਟ ਤੇ ਸੁੱਟਿਆ ਹੈ। ਕੀ ਸੁੱਟਿਆ? ਸੋਨੇ ਦਾ ਕੰਗਣ, ਹੀਰਾਂ ਦੇ ਲਾਲਾਂ ਦੇ ਨਾਲ ਜੜਿਆ ਹੋਇਆ। ਜਿਹੜੇ ਬੰਗਾਲ ਦੇ ਢਾਕੇ ਦੇ ਰਾਜਿਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਦਾ ਪਤਾ ਲੱਗਿਆ ਸੀ, ਉੱਥੋਂ ਦੇ ਰਾਜੇ ਨੇ ਬਣਵਾ ਕੇ ਭੇਜੇ ਸਨ। ਉਹ ਕੰਗਣ, ਇੱਕ ਕੰਗਣ ਜੋ ਦੋਨੇ ਜੋੜੀ ਗੁਰੂ ਸਾਹਿਬਾਂ ਦੇ ਹੱਥ ਵਿੱਚ ਪਹਿਨਾਏ ਸਨ, 5 ਸਾਲ ਦੀ ਉਮਰ ਦੇ ਵਿੱਚ ਆਪਣੇ ਹੱਥ ਵਿੱਚੋਂ ਲਾ ਕੇ ਕੰਗਣ ਨਦੀ ਵਿੱਚ, ਗੰਗਾ ਦੇ ਵਿੱਚ ਸੁੱਟ ਦਿੱਤਾ। ਉਸ ਤੱਟ ਤੇ ਜਿੱਥੇ ਸਮਰਾਟ ਅਸ਼ੋਕ ਨੇ ਤਲਵਾਰ ਸੁੱਟੀ ਸੀ। ਜਦੋਂ ਇੱਕ ਹੱਥ ਵਿੱਚ ਕੰਗਣ ਘਰ ਆਏ ਹੈ, ਇੱਕ ਹੱਥ ਵਿੱਚ ਨਹੀਂ ਹੈ, ਮਾਤਾ ਜੀ ਨੇ ਪੁੱਛਿਆ ਹੈ, ਲਾਲ ਜੀ ਕੰਗਣ ਕਿੱਥੇ ਹੈ? ਹੀਰਿਆਂ ਵਾਲਾ, ਲਾਲਾਂ ਵਾਲਾ, ਸੋਨੇ ਦੀ। ਮਹਾਰਾਜ ਕਹਿੰਦੇ ਗੰਗਾ 'ਚ ਸੁੱਟ ਦਿੱਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਹੁਕਮ ਕੀਤਾ ਸੀ, ਗੋਬਿੰਦ ਰਾਏ ਨੂੰ ਕਿਸੇ ਵੀ ਗੱਲ ਤੋਂ ਝਿੜਕਣਾ ਨਹੀਂ ਹੈ, ਕਿਸੇ ਵੀ ਗੱਲ ਤੋਂ ਕੁਝ ਕਹਿਣਾ ਨਹੀਂ ਹੈ, ਕਿਉਂਕਿ ਉਹ ਜਾਣਦੇ ਸਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਇਲਾਹੀ ਨੂਰ ਹੈ। ਇਹਨਾਂ ਨੂੰ ਕਿਸੇ ਗੱਲ ਤੋਂ ਝਿੜਕਣਾ ਨਹੀਂ ਹੈ, ਕੁਝ ਕਹਿਣਾ ਨਹੀਂ। ਇਹ ਜੋ ਵੀ ਕਰਨ ਉਸ ਨੂੰ ਸੱਤ ਕਰਕੇ ਮੰਨਣਾ ਹੈ। ਮਾਤਾ ਗੁਜਰੀ ਜੀ ਬੜੇ ਪਿਆਰ ਨਾਲ ਪੁੱਛਿਆ ਹੈ, ਲਾਲ ਜੀ ਕੰਗਣ ਕਿੱਥੇ ਹੈ? ਕਹਿੰਦੇ ਨਦੀ ਵਿੱਚ ਸੁੱਟ ਦਿੱਤਾ। ਨਾਲ ਗਏ, ਲਾਲ ਜੀ ਬੜਾ ਕੀਮਤੀ ਸੀ, ਕਿੱਥੇ ਸੁੱਟਿਆ ਜੇ? ਕਿਉਂ ਸੁੱਟਿਆ? ਗੰਗਾ ਦੇ ਤੱਟ ਤੇ ਜਾ ਕੇ ਮਾਤਾ ਜੀ ਪੁੱਛਦੇ ਕਿੱਥੇ ਸੁੱਟਿਆ ਹੈ? ਹੱਥ ਵਿੱਚੋਂ ਦੂਸਰਾ ਕੰਗਣ ਲਾ ਕੇ ਮਾਰਿਆ, ਚਲਾ ਕੇ, ਕਹਿੰਦੇ ਉੱਥੇ ਸੁੱਟਿਆ। ਬਚਪਨ ਦੇ ਵਿੱਚ ਮੋਹ ਦਾ ਤਿਆਗ, ਮਾਇਆ ਦਾ ਤਿਆਗ, ਕੋਈ ਪਕੜ ਨਹੀਂ ਹੈ, ਨਾ ਮੋਹ ਦੀ, ਨਾ ਧਨ ਦੌਲਤ ਪਦਾਰਥਾਂ ਦੀ। ਤੇ ਉਸ ਤੱਟ ਤੇ ਸੋਨਾ, ਚਾਂਦੀ, ਹੀਰੇ, ਲਾਲ ਸੁੱਟੇ ਨੇ ਤੇ ਚੱਕੀ ਹੈ ਤਲਵਾਰ ਲੋਹੇ ਦੀ।
ਜਗਤ ਵਾਸੀਆਂ ਨੂੰ, ਸੰਸਾਰ ਵਾਸੀਆਂ ਨੂੰ ਦੱਸਿਆ ਹੈ। ਹਿੰਦੁਸਤਾਨ ਦੇ ਯੋਧਿਆਂ ਨੇ, ਹਿੰਦੁਸਤਾਨ ਦੇ ਰਾਜਿਆਂ ਨੇ, ਹਿੰਦੁਸਤਾਨ ਦੇ ਸੂਰਬੀਰਾਂ ਨੇ ਜਦੋਂ ਹਥਿਆਰ ਸੁੱਟ ਦਿੱਤੇ, ਹਿੰਦੁਸਤਾਨ ਗੁਲਾਮ ਹੋ ਗਿਆ। ਮੈਂ ਇੱਥੋਂ ਹਥਿਆਰ ਚੱਕਦਾ ਹਾਂ ਇਸੇ ਤੱਟ ਤੋਂ, ਔਰ ਵਾਅਦਾ ਕਰਦਾ ਹਾਂ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜੀਰਾਂ ਤੋਂ ਮੁਕਤ ਕਰਵਾਵਾਂਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ 5 ਸਾਲ ਦੀ ਉਮਰ ਦੇ ਵਿੱਚ ਫੈਸਲਾ। ਸੱਚੇ ਪਾਤਸ਼ਾਹ ਜੀ ਨੇ ਅਗਲੇ ਸਮੇਂ ਦੇ ਵਿੱਚ ਜਿੱਥੇ ਸ਼ਾਸਤਰ ਵਿਦਿਆ ਦਾ, ਤੀਰ ਅੰਦਾਜ਼ੀ ਦਾ ਅਭਿਆਸ ਕੀਤਾ, ਨਾਲ ਭਾਸ਼ਾਵਾਂ ਦਾ ਅਭਿਆਸ ਕੀਤਾ, ਅਰਬੀ, ਫਾਰਸੀ, ਸੰਸਕ੍ਰਿਤੀ, ਦੇਵਨਾਗਰੀ, ਹਿੰਦੀ, ਪੰਜਾਬੀ, ਗੁਰਮੁਖੀ, ਇਹ ਸਾਰੀਆਂ ਭਾਸ਼ਾਵਾਂ ਸਿੱਖੀਆਂ। ਔਰ ਸਿੱਖੀਆਂ ਦਾ ਅਰਥ ਇਹ ਨਹੀਂ ਕਿ ਮਾੜਾ ਮੋਟਾ ਸਿੱਖਿਆ, ਬੋਲਣਾ ਚਾਲਣਾ, ਨਹੀਂ। ਇਹਨਾਂ ਦੇ ਵਿੱਚ ਨਿਪੁੰਨ ਹੋ ਕੇ ਇਹਨਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਕਵਿਤਾਵਾਂ ਰਚੀਆਂ, ਲਿਖਤਾਂ ਲਿਖੀਆਂ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ 52 ਕਵੀ ਰੱਖ ਕੇ ਸੰਸਾਰ ਦੇ ਵਿੱਚ ਸਾਹਿਤ ਦਾ ਪ੍ਰਚਾਰ ਕੀਤਾ। ਔਰ ਗੁਰੂ ਸਾਹਿਬ ਜੀ 'ਤੇ ਹਮਲੇ ਹੋਏ। 18 ਜੰਗਾਂ ਛੋਟੀਆਂ ਵੱਡੀਆਂ ਮਿਲਾ ਕੇ ਹੁੰਦੀਆਂ 14 ਵੱਡੀਆਂ ਜੰਗਾਂ ਨੇ। ਔਰ ਉਹ 14 ਜੰਗਾਂ ਗੁਰੂ ਸਾਹਿਬ ਜੀ 'ਤੇ ਹੋਏ ਹਮਲੇ ਦਾ ਜਵਾਬ ਹੈ ਔਰ ਜਿੱਤਾਂ ਹੋਈਆਂ। ਪਹਿਲੀ ਜੰਗ ਅਚਾਨਕ ਹਮਲਾ, ਭੰਗਾਣੀ ਦਾ ਯੁੱਧ, ਜਿਸ ਬਾਰੇ ਕੋਈ ਪਤਾ ਹੀ ਨਹੀਂ ਸੀ ਕਿ ਜੰਗ ਹੋਣੀ ਹੈ, ਅਚਾਨਕ ਹਮਲਾ ਹੋ ਗਿਆ ਤੇ ਉਸ ਵਿੱਚ ਵੀ ਗੁਰੂ ਸਾਹਿਬ ਜੀ ਦੀ ਜਿੱਤ ਹੋਈ। ਸਾਰੀਆਂ ਜੰਗਾਂ ਵਿੱਚ ਜਿੱਤ ਹੋਈ ਹੈ। ਚਮਕੌਰ ਦੀ ਗੜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਛੀਵਾੜੇ ਤੋਂ ਆਲਮਗੀਰ ਤੋਂ ਮੁਕਤਸਰ ਸਾਹਿਬ ਖਿਦਰਾਣੇ ਦੀ ਢਾਬ 'ਤੇ ਅਖੀਰਲੀ ਜੰਗ ਗੁਰੂ ਸਾਹਿਬਾਂ ਦੀ। ਉਸ ਤੋਂ ਬਾਅਦ ਪਾਤਸ਼ਾਹ ਦਮਦਮਾ ਸਾਹਿਬ ਆ ਜਾਂਦੇ ਹਨ। ਤਲਵੰਡੀ ਸਾਬੋ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਕਰਨਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਨੂੰ ਤਰਤੀਬਵਾਰ ਰਾਗਾਂ ਦੇ ਆਧਾਰਿਤ ਦਰਜ ਕਰਨਾ ਤੇ ਨਵੇਂ ਸਰੂਪ ਨੂੰ, ਇਸ ਜੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ 30 ਰਾਗਾਂ ਵਿੱਚ ਲਿਖਿਆ ਸੀ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਕਰਕੇ 31ਵਾਂ ਰਾਗ ਦਰਜ ਕਰਕੇ ਇਹਨੂੰ ਸੰਪੂਰਨ ਰੂਪ ਦਿੱਤਾ। 1707 ਦੇ ਵਿੱਚ ਉਸ ਧਰਤੀ 'ਤੇ ਆ ਕੇ ਜੰਗ ਦਾ ਕਮਰ ਕੱਸਾ ਖੋਲ੍ਹਿਆ ਸੀ ਤੇ ਦਮ ਲਿਆ ਸੀ। ਉਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਬਣਿਆ। ਦਮਦਮਾ ਸਾਹਿਬ 5ਵਾਂ ਤਖਤ ਹੈ ਸਾਡਾ। ਉੱਥੇ ਹੀ ਭਾਈ ਡੱਲੇ ਦਾ ਹੰਕਾਰ ਤੋੜਿਆ ਸੀ ਤੇ ਰਾਈਫਲ ਦਾ ਨਿਸ਼ਾਨਾ ਪਰਖਿਆ ਸੀ। ਉਹ ਸੂਰਬੀਰ ਯੋਧੇ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਜਿਨ੍ਹਾਂ ਨੇ ਸਾਹਮਣੇ ਆ ਕੇ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਹਿੱਕਾਂ ਡਾਈਆਂ ਸਨ। ਡੱਲਾ ਚੌਧਰੀ ਦੇਖਦਾ ਰਹਿ ਗਿਆ ਸੀ, ਜਿਨ੍ਹਾਂ ਨੂੰ ਚੀਖੋ ਮੀਖੋ ਗਰੀਬ ਗੁਰਬੇ ਕਹਿੰਦਾ ਸੀ। ਕਹਿੰਦਾ ਸੱਚੇ ਪਾਤਸ਼ਾਹ ਕਿਤੇ ਮੈਨੂੰ ਯਾਦ ਕੀਤਾ ਹੁੰਦਾ, ਮੇਰੇ ਕੋਲ ਸਿੱਧੂ ਬਰਾੜਾਂ ਦੇ ਜਵਾਨ 500 ਸਿਪਾਹੀ ਫੌਜ ਰੱਖੀ, ਮੈਂ ਕੱਲਾ ਬੱਕਰਾ ਖਾਣ ਵਾਲਾ ਜਵਾਨ, ਕਿਸੇ ਮੈਨੂੰ ਯਾਦ ਕੀਤਾ ਹੁੰਦਾ ਉਸ ਵੇਲੇ ਜੰਗਾਂ ਯੁੱਧਾਂ ਦੇ ਸਮੇਂ, ਨਾ ਸਾਹਿਬਜ਼ਾਦੇ ਸ਼ਹੀਦ ਹੁੰਦੇ, ਨਾ ਅਨੰਦਪੁਰ ਛੱਡਣਾ ਪੈਂਦਾ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਹੁਕਮ ਸੀ। ਕਹਿੰਦਾ ਨਹੀਂ ਸੱਚੇ ਪਾਤਸ਼ਾਹ ਕਿਤੇ ਯਾਦ ਕੀਤਾ ਹੁੰਦਾ ਮੈਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਜੇ ਕਿਹੜਾ ਰਾਗ ਮੁੱਕ ਗਏ ਕਿ ਤਾਲ ਟੁੱਟ ਗਏ, ਸਮਾਂ ਆਵੇਗਾ ਤੇਰੀ ਫੌਜ ਨੂੰ ਵੀ ਪਰਖ ਲਾਂਗੇ। ਪਰਖਿਆ ਸੀ। ਭਾਈ ਉਦੇ ਸਿੰਘ ਮਿਸਤਰੀ ਲਾਹੌਰ ਦਾ ਰਹਿਣ ਵਾਲਾ, ਤੋੜੇ ਵਾਲੀ ਬੰਦੂਕ ਬਣਾ ਕੇ ਲਿਆਇਆ ਸੀ ਫੁਲਾਦੀ ਲੋਹੇ ਦੀ। 40 ਦਿਨ ਦੀ ਸਖਤ ਮਿਹਨਤ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਪਰਖੋ, ਮੈਂ ਆਪ ਜੀ ਦੇ ਲਈ ਲਿਆਇਆ ਹਾਂ।
महाराज ने डल्ले वाल इशारा किया, तेरा 500 जवानों के विचों एक जवान लैके आ, सी बंदूक का निशाना परखना है। तो डल्ला चौधरी कहता सच्चे पातशाह हुणे ही जाके अपने सिपाहियों को कहता भी चलो बई एक जना आओ कोई भी, महाराज ने गोली का निशाना परखना है। वो कहते चौधरी तेरा दिमाग खराब है, असी तनख्वाह लैने हाँ तेरी रक्षा वास्ते, तेरे तो कोई भीड़ बनेगी असी अगे हो के मरांगे, बिना वजह तो सानू मरवाना, होर कुछ देखो असी नहीं जावांगे। डल्ला चौधरी आके कहता सच्चे पातशाह मेरे को ऊँट है, बड़ियां रेसां जित्तियां ने, बड़ा तेज दौड़दा, बड़े इनाम जित्ते ने, उस ते परख लो। महाराज कहते नहीं, बंदा मार के वेखना है, कोई बंदा लिया। ढिला जिहा पै गया। सच्चे पातशाह कहते साडे ਸਿੰਘਾਂ ਨੂੰ किसी ਨੂੰ आवाज़ मार। जदों डल्ले ने आवाज़ मारी ਸਿੰਘਾਂ ਨੂੰ ते बाबा वीर सिंह बाबा धीर सिंह जी भज के आए। वो कहते पहला मैं आवाज़ सुनी है सच्चे पातशाह मेरे ते परखो, मैनू मारो। दूजा कह रहा महाराज ये तो तंबू विच दस्तार सजा रहा सी, मैं बाहर सा, पहला मैं आवाज़ सुनी है, मैनू मारो। डल्ला बड़ा हैरान हो रहा सी, मेरे जवान तो कोई तैयार नहीं होया उन्होंने ओरे मरन वास्ते लड़ते पे, मैनू मारो कर रहे हैं। गुरु साहब कहते लड़ो ना, दोने खड़ जाओ। वो दोने खड़ गए। पातशाह जी ने उस बंदूक का फैर उन्हों के सिरों के उपरों की कढ़ दिता। डल्ला कहता सच्चे पातशाह जी हवाई फैर ही करना सी, मैनू कह दिंदे मैं खड़ जांदा। महाराज जी कहते परखना तो सिदक सी, जिन्होंने तू गरीब गुरबे चीखो मिखो कहना सा, इन्हों ने मेरा साथ दिता है, ये मेरे नाल खड़े हैं, हर थां ते खड़े हैं, तेरे जवान कित्थे हैं? कहता सच्चे पातशाह इन्हां विच इन्ना सिदक इन्ना दलेरी कित्थों आई है? महाराज कहते अमृत की दात। फिर डल्ला चौधरी भी अमृत की दात प्राप्त करके डल्ला सिंह बनया। पहला उन्हें हाथ जोड़ के मंगया सच्चे पातशाह अपने चरणों में पीढ़ी जिन्नी जगह दे दो। महाराज कहते अमृत छकना पवेगा, सिंह सजना पवेगा, फिर जगह मिलेगी। अज भी तखत श्री दमदमा साहिब के सामने डल्ले चौधरी की समाध बनी हुई, पीढ़ी जिन्नी जगह तरला करके कलगीधर पातशाह तो लई सी। बहुत सारिया निशानियां कलगीधर पातशाह जी दियां डल्ले के परिवार के पास हैं, अज भी हैं। समा थोड़ा रह गया, मैं आप जी का ज़्यादा विस्तार उस इतिहास का ना जावां, ज्योति जोत ते पहुँचना है। गुरु गोबिंद सिंह साहब सच्चे पातशाह जी उतों चलते हुए दमदमा साहिब की धरती तो चल के फिर दखण वाल नूं गए, तो दखण नांदेड़ आके पड़ा किया गोदावरी के कंढे। माधोदास बैरागी का डेरा सी इत्थे, उन्होंने बंदा बनाया बंदा सिंह बहादुर, तो उन्होंने 5 तीर दे के थापड़ा दे के पंजाब वाल तोर दिता, ते नाल हुक्मनामे दिते कि पंजाब ते रस्ते दे विच जिहड़ी सिख संगतां ने गुरसिख इन्हां दा सहयोग दिओ, ये साडा बंदा है। बाबा बंदा सिंह बहादुर जी की बहादुरी नूं आप सारे जानते हो। नंदेड़ की धरती ते सतगुर पातशाह जी काफ़ी समा रहे। उत्थे भाई संतोख सिंह सन, गुरु साहिब की हजूरी में सेवा करते सन। भाई दया सिंह, भाई धर्म सिंह, बाबा दीप सिंह साहिब जी नूं भी गुरता गद्दी तो बाद बंदा सिंह बहादुर जी के नाल भेज दिता सी पंजाब नूं। सरहंद फतेह करन ते बाबा बंदा सिंह बहादुर जी के नाल बाबा दीप सिंह साहिब जी भी लड़े। और गुरु गोबिंद सिंह साहिब सच्चे पातशाह जी नांदेड़ की धरती ते विचर रहे हैं, ते हर रोज़ दीवान सजदा संगतां नेड़े दूर तो आउंदियां ने। एक रुस्तम खान ते गुल खान नाम के पठान, वो भी गुरु की हजूरी में आके बैठते ते दीवान सुनते हैं। एक दिन उस पठान ने सवाल किया, सच्चे पातशाह जिहड़ा अपने पुरशों का बदला नहीं लै सकता, वो कोई की हुंदा है? महाराज कहते जिहड़ा मर्द है
ਉਹ ਆਪਣੇ ਪੁਰਸ਼ਿਆਂ ਦਾ ਬਦਲਾ ਲੈਂਦਾ ਹੈ। ਸਤਿਗੁਰ ਜਾਣੇ ਜਾਣ ਸਨ। ਉਹਨਾਂ ਨੇ ਕਿਹਾ ਠੀਕ ਹੈ ਮਹਾਰਾਜ। ਦੂਜੇ ਦਿਨ ਭੇਸ ਵਟਾ ਕੇ ਗੁਰੂ ਸਾਹਿਬ ਜੀ ਦੇ ਤੰਬੂ ਵੱਲ ਉਹ ਦੋਨੇ ਭਰਾ ਰੁਸਤਮ ਖਾਨ ਤੇ ਗੁਲ ਖਾਨ ਗੁਰੂ ਸਾਹਿਬਾਨ ਦੇ ਤੰਬੂ ਵਿੱਚ ਚਲੇ ਗਏ, ਜਿੱਥੇ ਗੁਰੂ ਸਾਹਿਬ ਵਿਸ਼ਰਾਮ ਕਰ ਰਹੇ ਸਨ। ਔਰ ਗੁਲ ਖਾਨ ਨੇ ਗੁਰੂ ਸਾਹਿਬ ਜੀ ਦੇ ਖੰਜਰ ਦਾ ਵਾਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਇੱਕ ਹੱਥ ਨਾਲ ਪਕੜ ਕੇ ਦੂਜੇ ਨਾਲ ਤਲਵਾਰ ਦਾ ਵਾਰ ਕਰਕੇ ਉਸ ਨੂੰ ਉੱਥੇ ਝਟਕਾ ਦਿੱਤਾ। ਰੁਸਤਮ ਖਾਨ ਭੱਜਣ ਲੱਗਾ, ਬਾਹਰ ਖੜੇ ਸਿੰਘਾਂ ਨੇ ਉਹਨੂੰ ਝਟਕਾ ਦਿੱਤਾ। ਦੋਨੇ ਨਰਕਾਂ ਵਿੱਚ ਪਹੁੰਚ ਗਏ। ਗੁਰੂ ਸਾਹਿਬ ਦੇ ਸਰੀਰ ਦੇ ਵਿੱਚ ਜਿਹੜਾ ਖੰਜਰ ਵੱਜਿਆ ਹੋਇਆ ਸੀ ਉਹ ਜ਼ਖਮ ਬੜਾ ਗਹਿਰਾ ਹੋ ਗਿਆ ਸੀ, ਖੂਨ ਬਹੁਤ ਜ਼ਿਆਦਾ ਵਹਿ ਗਿਆ। ਮੌਕੇ 'ਤੇ ਜੋ ਵੈਦ ਸਨ, ਡਾਕਟਰ ਸਨ, ਹਕੀਮ ਸਨ, ਬੁਲਾਏ ਗਏ ਔਰ ਜ਼ਿਆਦਾ ਗਹਿਰਾ ਜ਼ਖਮ ਹੋਣ ਦੇ ਕਾਰਨ ਉਸ ਜ਼ਖਮ ਨੂੰ ਸੀਣਾ ਪਿਆ, ਟਾਂਕੇ ਲਗਾਉਣੇ ਪਏ ਤੇ ਗੁਰੂ ਸਾਹਿਬ ਜੀ ਨੂੰ ਆਰਾਮ ਵਾਸਤੇ ਕਿਹਾ ਗਿਆ। ਉਹਨਾਂ ਦਿਨਾਂ ਵਿੱਚ ਬਹਾਦਰ ਸ਼ਾਹ ਵੀ ਉੱਥੇ ਹੀ ਸੀ। ਬਹਾਦਰ ਸ਼ਾਹ ਨੇ ਬਾਹਰੋਂ ਡਾਕਟਰ ਮੰਗਵਾ ਕੇ ਗੁਰੂ ਸਾਹਿਬ ਦੇ ਇਲਾਜ ਵਾਸਤੇ ਪੱਕੇ ਸੇਵਾਦਾਰ ਭੇਜੇ ਤੇ ਗੁਰੂ ਸਾਹਿਬ ਆਰਾਮ ਕਰੋ ਤੇ ਇਲਾਜ ਕਰਵਾਓ, ਛੇਤੀ ਠੀਕ ਹੋਵੋ। ਪਰ ਜਿਹੜਾ ਜ਼ਖਮ ਗਹਿਰਾ ਸੀ, ਖੂਨ ਜ਼ਿਆਦਾ ਵਹਿ ਗਿਆ ਸੀ, ਸਰੀਰ ਵਿੱਚ ਕਮਜ਼ੋਰੀ ਆ ਗਈ ਸੀ, ਤਾਂ ਗੁਰੂ ਸਾਹਿਬ ਸਾਰੇ ਸਿੰਘਾਂ ਨੂੰ ਪਾਸ ਬਿਠਾ ਕੇ ਕਹਿੰਦੇ ਹਨ ਸਾਡਾ ਅੰਤਲਾ ਸਮਾਂ ਆ ਗਿਆ ਹੈ। ਇੱਕ ਗੱਲ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਜੀਵਨ ਵਿੱਚੋਂ ਦੇਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ क्षत्रि को पूत हो बामन को नाहे, कै तप आवत हैं जो करो, और जंजार जितो ग्रह को तोहि त्याग कहाँ चित्ता में तरो। अब रीझ के देहो हमें बिनती कर हो जोर करो, जब आव की ओत निधान बने, अत ही रण में तब झूझ मरो। गुरु गोबिंद सिंह साहब सच्चे पातशाह कहते सन, ये सवैया उचारण किया चमकौर की गढ़ी विच। ਜਦੋਂ ਪੰਜ ਪਿਆਰਿਆਂ ਨੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਮੈਦਾਨੇ ਜੰਗ ਵਿੱਚ ਨਹੀਂ ਜਾਓਗੇ, ਤਾਂ ਉਦੋਂ ਮਹਾਰਾਜ ਨੇ ਕਿਹਾ ਮੈਨੂੰ ਵੀ ਚਾਹ ਹੈ, ਮੈਂ ਵੀ ਛਤਰੀ ਦਾ ਪੁੱਤਰ, ਸੂਰਮੇ ਦਾ, ਬਹਾਦਰ ਦਾ ਪੁੱਤਰ ਹਾਂ, ਮੇਰਾ ਵੀ ਚਿੱਤ ਕਰਦਾ, ਮੇਰੀ ਵੀ ਰੀਝ ਹੈ ਮੈਦਾਨੇ ਜੰਗ ਵਿੱਚ ਜੂਝ ਕੇ ਔਰ ਆਪਣੇ ਸਰੀਰ ਦੇ ਉੱਤੇ ਸ਼ਾਸਤਰਾਂ ਦੇ ਫੱਟ ਖਾ ਕੇ ਮਰਾਂ। ਪਰ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣ ਦਿੱਤਾ। ਜਿਹੜੀ ਰੀਝ ਸੀ ਉਹਨਾਂ ਦੀ, ਇਹ ਰੀਝ ਕੇ ਦੇਹੋ ਵਾਹੇ ਹਮਕੋ ਜੋ ਹੋ, ਬੇਨਤੀ ਕਰ ਜੋਰ ਕਰੋ। ਹੱਥ ਜੋੜ ਕੇ ਬੇਨਤੀ ਕਰ ਰਹੇ ਸਨ ਮਹਾਰਾਜ ਕਿ ਰੀਝ ਹੈ ਮੇਰੀ, ਮੈਦਾਨੇ ਜੰਗ ਵਿੱਚ ਜਾ ਕੇ ਮੈਂ ਵੀ ਆਪਣੇ ਤਨ ਤੇ ਸ਼ਾਸਤਰਾਂ ਦੇ ਵਾਰ ਖਾਵਾਂ, ਸ਼ਹੀਦੀ ਜਾਮ ਪੀਵਾਂ। ਪਰ ਪੰਜ ਪਿਆਰਿਆਂ ਨੇ ਨਹੀਂ ਜਾਣ ਦਿੱਤਾ, ਹੁਕਮ ਕੀਤਾ ਪਿਆਰਿਓ ਜੇਕਰ ਕਿਤੇ ਮੈਦਾਨੇ ਜੰਗ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚਲਾਈ ਹੁੰਦੀ, ਕੁਝ ਨਜ਼ਾਰਾ ਹੋਰ ਹੋਣਾ ਸੀ। ਦੁਨੀਆ ਦੇ ਇਤਿਹਾਸ ਵਿੱਚ ਵੈਸੇ ਵੀ ਵਿਲੱਖਣ ਇਤਿਹਾਸ ਬਣਿਆ ਹੈ, ਫਿਰ ਕੁਝ ਹੋਰ ਹੀ ਹੋਣਾ ਸੀ। ਪਰ ਪੰਜ ਪਿਆਰੇ ਸਾਹਿਬਾਨ ਕਹਿੰਦੇ ਹਨ ਨਹੀਂ ਸੱਚੇ ਪਾਤਸ਼ਾਹ ਤੁਸੀਂ ਨਹੀਂ। ਉਹ ਰੀਝ ਜੋ ਗੁਰੂ ਸਾਹਿਬ ਜੀ ਦੀ ਸੀ, ਮੈਂ ਵੀ ਸੀਨੇ ਵਿੱਚ ਸ਼ਾਸਤਰਾਂ ਦੇ ਵਾਰ ਖਾਵਾਂ, ਉਹ ਰੀਝ ਗੁਰੂ ਸਾਹਿਬ ਜੀ ਦੀ ਪੂਰੀ ਹੋ ਗਈ। ਨੰਦੇੜ ਦੀ ਧਰਤੀ ਤੇ ਉਹਨਾਂ ਪਠਾਨਾਂ ਨੇ ਗੁਰੂ ਸਾਹਿਬ ਦੇ ਸੀਨੇ ਵਿੱਚ ਖੰਜਰ ਦੇ ਵਾਰ ਕੀਤੇ, ਧਰਤੀ ਤੇ ਖੂਨ ਡੁੱਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਵੀ। ਆਪਾਂ ਜੋਤੀ ਜੋਤ ਕਹਿੰਦੇ ਹਾਂ, ਇਹਨੂੰ ਸ਼ਹੀਦੀ ਵੀ ਕਿਹਾ ਜਾ ਸਕਦਾ ਹੈ, ਪਰ ਪੰਥ ਨੇ ਜੋਤੀ ਜੋਤ ਕਿਹਾ ਹੈ। ਗੁਰੂ ਸਾਹਿਬ ਆਪਣੇ ਸਰੀਰ ਦੇ ਵਿੱਚ ਆਈ ਕਮਜ਼ੋਰੀ ਨੂੰ ਦੇਖ ਕੇ ਆਪਣੇ ਸਿੰਘਾਂ ਨੂੰ ਪਾਸ ਬਿਠਾ ਕੇ ਕਹਿੰਦੇ ਹਨ ਗੁਰੂ ਪਿਆਰਿਓ ਹੁਣ ਸਾਡਾ ਸਮਾਂ ਜਾਣ ਦਾ ਹੋ ਗਿਆ, ਥੋੜਾ ਜਿਹਾ ਮਹਿਸੂਸ ਕਰਿਓ। ਜਿਹੜੇ ਨਿਕਟਵਰਤੀ ਗੁਰਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਵਿਚਰੇ ਸੀ, ਉਹਨਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਉਸ ਵਕਤ। ਬਾਣੀ ਵਿੱਚ ਲਿਖਿਆ ਹੈ ਵਿਛੋੜਾ ਸੁਣੇ ਦੁੱਖ
ਵਿਛੋੜੇ ਦਾ ਦੁੱਖ ਸੁਣ ਕੇ ਬੰਦਾ ਮਰ ਜਾਂਦਾ ਹੈ। ਜਦੋਂ ਕਲਗੀਧਰ ਪਾਤਸ਼ਾਹ ਨੇ ਉਹਨਾਂ ਸਿੰਘਾਂ ਨੂੰ ਕਿਹਾ ਹੋਵੇਗਾ ਕਿ ਸਿੰਘੋ ਸਾਡਾ ਜਾਣ ਦਾ ਸਮਾਂ ਆ ਗਿਆ, ਉਹਨਾਂ ਸਿੰਘਾਂ ਦੇ ਦਿਲਾਂ ਤੇ ਕੀ ਬੀਤੀ ਹੋਵੇਗੀ ਉਸ ਵਕਤ, ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸੇ ਮੈਦਾਨੇ ਜੰਗ ਦੇ ਵਿੱਚ ਗੁਰੂ ਸਾਹਿਬਾਂ ਦੇ ਉਸ ਸੀਨ ਨੂੰ ਦੇਖਿਆ ਕਿ ਅੱਖਾਂ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦੇ ਤੇ ਜੈਕਾਰੇ ਛੱਡਦੇ ਆ। ਜਿਹੜੇ ਸਿੰਘ ਨਾਲ ਵਿਚਰੇ ਨੇ, ਜਦੋਂ ਗੁਰੂ ਸਾਹਿਬ ਦੱਖਣ ਵਾਲੇ ਪਾਸੇ ਨੂੰ ਆ ਰਹੇ ਸੀ ਤੇ ਰਾਜਸਥਾਨ ਦੀ ਧਰਤੀ ਤੇ ਇੱਕ ਸਮਾਧ ਨੂੰ ਗੁਰੂ ਸਾਹਿਬ ਜੀ ਨੇ ਤੀਰ ਨਾਲ ਨਮਸਕਾਰ ਕੀਤੀ ਸੀ, ਤਾਂ ਖਾਲਸੇ ਨੇ ਕਿਹਾ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਹਨ ਕਿ ਕਬਰਾਂ ਤੇ ਮੜੀਆਂ ਮਸਾਨਾ ਸਮਾਧਾਂ ਤੇ ਮੱਥੇ ਨਹੀਂ ਟੇਕਣੇ। ਤੁਸੀਂ ਤੀਰ ਦੇ ਨਾਲ ਇਸ ਸਮਾਧ ਤੇ ਨਮਸਕਾਰ ਕਰਕੇ ਬਹੁਤ ਵੱਡੀ ਭੁੱਲ ਕੀਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਖਾਲਸਾ ਜੀਓ, ਮੈਂ ਪਰਖਣਾ ਚਾਹੁੰਦਾ ਸਾਂ ਆਪਣੇ ਖਾਲਸੇ ਨੂੰ ਵੀ ਕਿੱਥੇ ਕੁ ਪਹੁੰਚ ਚੁੱਕਾ ਹੈ, ਕੀ ਸਟੇਟਸ, ਕੀ ਲੈਵਲ ਹੋ ਗਿਆ ਹੈ ਇਹਦੇ ਕਿਰਦਾਰ ਦਾ। ਅੱਜ ਮੈਨੂੰ ਪਤਾ ਲੱਗਿਆ ਮੇਰਾ ਖਾਲਸਾ, ਮੇਰਾ ਪੁੱਤਰ ਜਵਾਨ ਹੋ ਗਿਆ ਹੈ ਔਰ ਇਹ ਖੁਦ ਮੁਖਤਿਆਰ ਹੋ ਕੇ ਅੱਗੇ ਚੱਲ ਸਕਦਾ ਹੈ। ਮੈਂ ਦੇਣਦਾਰ ਹਾਂ ਖਾਲਸਾ ਪੰਥ ਦਾ, ਜੋ ਮੈਨੂੰ ਖਾਲਸਾ ਪੰਥ ਸਜ਼ਾ ਲਾਵੇ ਮੈਂ ਤਿਆਰ ਹਾਂ। ਤਾਂ ਉਸ ਵਕਤ ਪੰਜ ਪਿਆਰੇ ਸਾਹਿਬਾਨਾਂ ਨੇ ਸਜ਼ਾ ਤਨਖਾਹ ਲਾਈ, ਗੋਬਿੰਦ ਸਿੰਘ 500 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਵੇ, ਭੁੱਲ ਬਖਸ਼ਾਵੇ। ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਨਾਲ ਰਹਿ ਕੇ ਇਹ ਕੌਤਕ ਦੇਖੇ ਹੋਣਗੇ, ਔਰ ਜਦੋਂ ਜਾਣ ਦੇ ਸਮੇਂ ਵਿੱਚ ਉਹਨਾਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੋਵੇਗਾ ਕਿ ਹੁਣ ਸਾਡਾ ਸਮਾਂ ਹੋ ਗਿਆ, ਉਹਨਾਂ ਦਾ ਹੌਸਲਾ ਕਿਵੇਂ ਵੱਜਾ ਹੋਵੇਗਾ। ਫਿਰ ਦੂਸਰਾ ਸੰਗਤਾਂ ਦਾ ਹੌਸਲਾ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੰਘਾਂ ਨੂੰ ਹੌਸਲਾ ਦਿੱਤਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪਹਿਲਾਂ ਦੇ ਚੁੱਕੇ ਹਨ। ਇਹ ਬਾਅਦ ਦੀਆਂ ਗੱਲਾਂ ਨੇ, ਗੁਰਤਾ ਗੱਦੀ ਤੋਂ ਬਾਅਦ। ਸੱਚੇ ਪਾਤਸ਼ਾਹ ਕਹਿੰਦੇ ਨੇ ਦਇਆ ਸਿੰਘ ਜੀ, ਧਰਮ ਸਿੰਘ ਜੀ, ਸੰਤੋਖ ਸਿੰਘ ਜੀ, ਹੋਰ ਜਿਹੜੇ ਨਿਕਟਵਰਤੀ ਸਿੱਖ ਹਨ, ਉਹਨਾਂ ਨੂੰ ਪਾਤਸ਼ਾਹ ਨੇ ਕਿਹਾ ਹੈ ਕਿ ਸੰਗਤਾਂ ਨੂੰ ਹੌਸਲਾ ਦੇਣਾ ਹੈ, ਗੁਰਬਾਣੀ ਨਾਲ ਜੋੜਨਾ ਹੈ। ਇਹ ਸਰੀਰ ਤਾਂ ਨਾਸਵੰਤ ਹੈ, ਇਹਨੇ ਤਾਂ ਇੱਕ ਦਿਨ ਜਾਣਾ ਹੀ ਹੈ, ਇੱਕ ਦਿਨ ਸਾਥ ਛੱਡਣਾ ਹੀ ਹੈ, ਇਹਦਾ ਸੋਗ ਨਹੀਂ ਕਰਨਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ ਸੀ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ, ਕਿਸੇ ਨੇ ਰੋਣਾ ਨਹੀਂ ਹੈ। ਪਰ ਪਿਆਰਿਓ, ਜਦੋਂ ਪਿਤਾ ਦੀ ਮੌਤ ਹੋਵੇ ਤੇ ਪੁੱਤਰ ਰੋਵੇ ਨਾ, ਪੁੱਤਰ ਨੂੰ ਰੋਣ ਨਾ ਆਵੇ, ਇਹ ਹੋ ਹੀ ਨਹੀਂ ਸਕਦਾ। ਭਾਵੇਂ ਕਿੰਨਾ ਵੀ ਗੁਰੂ ਸਾਹਿਬ ਕਿੰਨਾ ਵੀ ਸਮਝਾ ਰਹੇ ਨੇ, ਸਿੰਘਾਂ ਦੇ ਅਥਰੂ ਨਹੀਂ ਰੋਕ ਰਹੇ। ਗੁਰੂ ਸਾਹਿਬ ਕਹਿੰਦੇ ਸਾਡਾ ਇੱਕ ਚਿਖਾ ਤਿਆਰ ਕੀਤੀ ਜਾਵੇ। ਇੱਕ ਚਿਖਾ ਤਿਆਰ ਕੀਤੀ ਗਈ, ਚੰਦਨ ਦੀਆਂ ਲੱਕੜਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਅੰਗੀਠਾ ਤਿਆਰ ਕੀਤਾ ਗਿਆ। ਪਾਤਸ਼ਾਹ ਜੀ ਨੂੰ ਪਤਾ ਸੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਬੇਹਬਲ ਹੋ ਰਹੀਆਂ ਨੇ, ਦੁੱਖ ਪ੍ਰਗਟ ਕਰ ਰਹੀਆਂ ਨੇ ਵਿਛੋੜੇ ਦਾ, ਕੋਈ ਹੋਰ ਕਾਰਨ ਨਾ ਬਣ ਜਾਵੇ। ਪਾਤਸ਼ਾਹ ਜੀ ਨੇ ਕਿਹਾ ਇਸ ਅੰਗੀਠੇ ਦੇ ਦੁਆਲੇ ਕਨਾਤਾਂ ਲਗਾ ਦਿਓ। ਹੁਣ ਕਈਆਂ ਨੇ ਇਤਿਹਾਸ ਦੇ ਵਿੱਚ ਬੜਾ ਮੋੜ ਦਿੱਤਾ ਹੈ, ਕਹਿੰਦੇ ਜੀ ਗੁਰੂ ਸਾਹਿਬ ਜੀ ਨੇ ਅੰਗੀਠੇ ਸਾਹਿਬ ਤੇ ਕਨਾਤਾਂ ਲਵਾ ਲਈਆਂ ਸਨ, ਬਾਅਦ 'ਚ ਆਪਣੀ ਸ੍ਰੀ ਸਾਹਿਬ ਵਿੱਚ ਸੁੱਟ ਕੇ ਅੱਗ ਲਾ ਕੇ ਆਪ ਨਿਕਲ ਗਏ ਸਨ। ਭੋਲਿਓ, ਇੱਦਾਂ ਨਹੀਂ ਹੋਇਆ ਕੁਛ ਵੀ। ਉਹਨਾਂ ਕਹਿਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ, ਗੁਰੂ ਸਾਹਿਬ ਜੀ ਨੇ ਆਪ ਚੰਦਨ ਦਾ ਅੰਗੀਠਾ ਸਿੱਖਾਂ ਨੇ ਤਿਆਰ ਕੀਤਾ, ਅੰਗੀਠੇ ਦੇ ਉੱਪਰ ਚੌਂਕੜਾ ਮਾਰ ਕੇ ਗੁਰੂ ਪਾਤਸ਼ਾਹ ਬੈਠੇ ਹਨ। ਭਾਈ ਦਇਆ ਸਿੰਘ ਜੀ ਨੂੰ ਕਿਹਾ ਹੈ ਅਗਨ ਭੇਟ ਕਰਕੇ ਆਪ ਵੀ ਇਸ ਕਨਾਤਾ ਤੋਂ ਬਾਹਰ ਚਲੇ ਜਾਣਾ ਹੈ।
ਤੇ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ। ਉਹ ਕਨਾਤਾਂ ਲਗਾਉਣ ਦਾ ਕਾਰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸੀ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੇ ਆ ਵਿਰਲਾਪ ਬਹੁਤ ਕਰ ਰਹੇ ਹਨ। ਵਿਛੋੜੇ ਦਾ ਦੁੱਖ ਝੱਲਣਾ ਬੜਾ ਔਖਾ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਭਾਵੇਂ ਗੁਰਤਾ ਗੱਦੀ ਦੇ ਦਿੱਤੀ ਸੀ, ਫਿਰ ਵੀ ਉਹ ਕਹਿੰਦੇ ਸਨ, ਜਿਸ ਪਿਆਰੀ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ। ਉਹਦੇ ਤੋਂ ਪਿੱਛੇ ਜਿਉਣਾ ਤ੍ਰਿਗ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਸੀ ਸਾਨੂੰ। ਔਰ ਪਾਤਸ਼ਾਹ ਜੀ ਅੰਗੀਠੇ ਦੇ ਉੱਪਰ ਚੌਂਕੜਾ ਮਾਰ ਕੇ ਬੈਠੇ ਨੇ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਆਪਣੀ ਕਥਾ ਲਿਖੀ ਹੈ, ਉਹਦੇ ਵਿੱਚੋਂ ਇੱਕ ਪੰਕਤੀ ਧਿਆਨ ਨਾਲ ਸੁਣਿਓ। ਬਹੁਬਿਦ ਜੋਗ ਸਾਧਨਾ ਸਾਧੀ, ਤਹਿ ਹਮ ਅਦਕ ਤਪੱਸਿਆ ਸਾਧੀ। ਬਹੁਬਿਦ ਜੋਗ ਸਾਧਨਾ ਸਾਧੀ, ਉੱਥੇ ਉਹਨਾਂ ਨੇ ਯੋਗ ਸਾਧਨਾ ਤੇ ਸਿਮਰਨ ਅਭਿਆਸ ਤਪ ਤਪੱਸਿਆ ਦਾ ਜ਼ਿਕਰ ਕੀਤਾ ਹੈ। ਉਹ ਐਨੇ ਵੱਡੇ ਤਪੱਸਵੀ ਹਨ, ਐਨੇ ਵੱਡੇ ਸਿੱਧ ਪੁਰਸ਼ ਹਨ, ਐਡੇ ਵੱਡੇ ਜੋਗੀ ਹਨ, ਐਡੇ ਵੱਡੇ ਕਵੀ ਹਨ, ਐਡੇ ਵੱਡੇ ਜਰਨੈਲ ਹਨ। ਉਹਨਾਂ ਨੇ ਡਰਾਮੇ ਨਹੀਂ ਕੀਤੇ। ਕਈਆਂ ਨੇ ਤਾਂ ਅੰਮ੍ਰਿਤ ਸੰਚਾਰ ਦੇ ਵੇਲੇ ਵੀ ਕਿਹਾ ਕਿ ਮਹਾਰਾਜ ਤੰਬੂ ਵਿੱਚ ਲੈ ਜਾਂਦੇ ਸਨ ਸਿੰਘ ਨੂੰ, ਉੱਥੇ ਜਾ ਕੇ ਬੱਕਰਾ ਝਟਕਾ ਦਿੰਦੇ ਸੀ। ਨਹੀਂ, ਉਹ ਵੀ ਪਾਤਸ਼ਾਹ ਜੀ ਨੇ ਸੰਗਤਾਂ ਦੇ ਸਾਹਮਣੇ ਕੀਤਾ ਸੀ ਕੌਤਕ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਉਸ ਸਮਰੱਥਾ ਤੇ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਕਰਨਾ। ਮਹਾਰਾਜ ਨੇ ਸਰੀਰ ਨੂੰ ਚੌਂਕੜੇ ਦੇ ਰੂਪ ਵਿੱਚ ਛੱਡਿਆ ਹੈ। ਚੌਂਕੜਾ ਮਾਰ ਕੇ ਗੁਰੂ ਸਾਹਿਬ ਉਸ ਅੰਗੀਠੇ ਦੇ ਉੱਪਰ ਬੈਠੇ ਨੇ ਤੇ ਚੌਂਕੜੇ ਦੇ ਵਿੱਚ ਹੀ ਉਸ ਸਿੱਧ ਪੁਰਸ਼, ਉਸ ਮਹਾਂ ਤਪਸਵੀ ਮਹਾਬਲੀ ਸਤਿਗੁਰ ਨੇ ਆਪਣੇ ਸਰੀਰ ਨੂੰ ਤਿਆਗਿਆ ਹੈ। ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਤੁਸੀਂ ਅੰਗੀਠੇ ਨੂੰ ਅਗਨ ਪੇਟ ਲਾ ਕਰਕੇ ਆਪ ਇਸ ਕਨਾਤਾਂ ਦੇ ਇਸ ਏਰੀਏ ਤੋਂ ਬਾਹਰ ਚਲੇ ਜਾਣਾ, ਕਿਸੇ ਨੇ ਅੰਦਰ ਨਹੀਂ ਰਹਿਣਾ, ਹੁਕਮ ਹੈ। ਸੰਗਤਾਂ ਵਾਸਤੇ ਕਨਾਤਾਂ ਇਸ ਲਈ ਲਗਾਈਆਂ ਗਈਆਂ ਸੀ ਕਿ ਵਿਰਲਾਪ ਕਰਦਿਆਂ ਕੋਈ ਅੱਗੇ ਨਾ ਆਵੇ, ਵਿੱਚ ਨਾ ਕੋਈ ਡਿੱਗ ਜਾਵੇ। ਸੋ ਗੁਰੂ ਸਾਹਿਬ ਜੀ ਨੇ ਅੱਜ ਦੇ ਦਿਨ ਨੰਦੇੜ ਦੀ ਧਰਤੀ ਤੇ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗਿਆ। ਇਸ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸ਼ਮਸ਼ੇਰੇ ਬਹਾਦਰ ਮਹਾਬਲੀ ਸਤਿਗੁਰੂ, ਉਹਨਾਂ ਵਰਗਾ ਨਾ ਕੋਈ ਸੰਸਾਰ 'ਤੇ ਆਇਆ ਹੈ ਤੇ ਨਾ ਕੋਈ ਆਉਣਾ ਹੀ ਹੈ। ਕਿਉਂਕਿ ਗੁਰੂ ਸਾਹਿਬ ਦੀਆਂ ਵਡਿਆਈਆਂ, ਗੁਰੂ ਸਾਹਿਬ ਦੇ ਕੌਤਕ, ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਉਹਨਾਂ ਨੂੰ ਪਿਆਰ ਕਰਨ ਵਾਲੇ ਹਿੰਦੂ ਵੀ ਹਨ, ਮੁਸਲਿਮ ਵੀ ਹਨ, ਉਹ ਸਭ ਦੇ ਸਾਂਝੇ ਸਨ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਜ਼ਮਤ ਨੂੰ ਪਛਾਣਨ ਵਾਲੇ ਕੌਣ ਸਨ? ਮੁਸਲਮਾਨ ਫਕੀਰ ਪੀਰ ਭੀਖਮ ਸ਼ਾਹ ਜੀ, ਕੁੜਾਮ ਦੇ ਰਹਿਣ ਵਾਲੇ, ਜਿਨ੍ਹਾਂ ਨੇ ਆਪਣੀ ਨਮਾਜ਼ ਦਾ ਰੁਖ ਹੀ ਪਟਨੇ ਵੱਲ ਨੂੰ ਕਰ ਲਿਆ ਸੀ। ਇਸਲਾਮ ਦੇ ਵਿੱਚ ਜਿਹੜੀ ਨਮਾਜ਼ ਪੜ੍ਹਨ ਦਾ ਜਿਹੜਾ ਰੁਖ ਹੈ ਨਾ, ਉਹ ਹੈ ਪੱਛਮ ਦਿਸ਼ਾ ਵੱਲ। ਕਦੀ ਵੀ ਦੇਖੋ ਜਿੱਥੇ ਵੀ ਮੁਸਲਮਾਨ ਨਮਾਜ਼ ਪੜ੍ਹਦੇ ਨੇ, ਪੱਛਮ ਵੱਲ ਨੂੰ ਮੂੰਹ ਕਰ ਲੈਂਦੇ ਨੇ, ਪੱਛਮ ਵੱਲ ਕਰਕੇ ਉਹ ਨਮਾਜ਼ ਪੜ੍ਹਦੇ ਨੇ। ਤੇ ਉਸ ਵਕਤ ਪੀਰ ਭੀਖਮ ਸ਼ਾਹ ਜੀ ਨੇ ਦੱਖਣ ਵੱਲ ਨੂੰ ਮੂੰਹ ਕੀਤਾ। ਚੇਲਿਆਂ ਨੇ ਕਿਹਾ ਸੀ, ਸੱਚੇ ਪਾਤਸ਼ਾਹ ਪੀਰ ਜੀਓ, ਕੀ ਹੋ ਗਿਆ? ਜਿਸ ਖੁਦਾ ਨੂੰ, ਅੱਲਾਹ ਪਾਕ ਨੂੰ ਅਸੀਂ ਸਿਜਦਾ ਕਰਦੇ ਹਾਂ, ਉਹ ਪੱਛਮ ਦਿਸ਼ਾ ਵੱਲ ਹੈ। ਉਹ ਕਹਿੰਦੇ ਉਸ ਅੱਲਾਹ ਦਾ, ਉਸ ਖੁਦਾ ਦਾ ਨੂਰ ਇਸ ਪਾਸੇ ਹੈ, ਇੱਧਰ ਪ੍ਰਗਟ ਹੋ ਗਿਆ ਹੈ, ਇਸ ਲਈ ਮੈਂ ਇੱਧਰ ਨੂੰ ਸਿਜਦਾ ਕਰ ਰਿਹਾ ਹਾਂ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਚਾਹੁਣ ਵਾਲੇ ਮੁਸਲਮਾਨ ਪੀਰ ਭੀਖਮ ਸ਼ਾਹ ਜੀ ਸਭ ਤੋਂ ਪਹਿਲੇ, ਔਰ ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ ਪੁੱਤਰ ਤੇ ਮਰੀਦ ਸ਼ਹੀਦ ਕਰਵਾਉਣ ਵਾਲੇ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨ ਵਾਲੇ ਪੰਡਿਤ ਸ਼ਿਵ ਦੱਤ ਜੀ, ਪੰਡਿਤ ਕਿਰਪਾ ਰਾਮ ਜੀ, ਅਮਰਨਾਥ ਮੰਦਿਰ ਦੇ ਹੈੱਡ ਪ੍ਰੀਸਟ ਜਿਹੜੇ ਪੰਡਿਤ ਕਿਰਪਾ ਰਾਮ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਿਰਪਾ ਸਿੰਘ ਬਣੇ,
ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਗੁਰੂ ਸਾਹਿਬ ਜੀ ਨੂੰ ਚਾਹੁਣ ਵਾਲੇ ਹਿੰਦੂ ਵੀ ਹਨ, ਮੁਸਲਿਮ ਵੀ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਹਨ। ਧਰਮ ਦੀ ਖਾਤਰ ਲੜਨ ਵਾਲੇ ਮਹਾਨ ਜਰਨੈਲ ਹਨ। ਉਹਨਾਂ ਨੇ ਉਸ ਧਰਤੀ ਤੋਂ ਤਲਵਾਰ ਚੱਕੀ ਸੀ, ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਕੇ ਛੱਡਿਆ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਉਸ ਮਹਾਬਲੀ ਦਾਤੇ ਦੀਆਂ, ਪੂਰੇ ਸਤਿਗੁਰਾਂ ਦੀਆਂ ਵਿਚਾਰਾਂ ਕਰਦਿਆਂ ਅਧੂਰੇ ਤੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।